ਪੰਜਾਬ ਦੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਜੱਜਿਸ ਦੇ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਵਰਤਨ ਦੇ ਚੱਲਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਹੈ। ਬੀਤੇ ਦਿਨੀ ਜਿਹੜੇ ਉਹਨਾਂ ਵੱਲੋਂ ਕੁਝ ਕਮੈਂਟ ਕੀਤੇ ਗਏ, ਟਿੱਪਣੀਆਂ ਕੀਤੀਆਂ ਗਈਆਂ ਤੇ ਅਦਾਲਤ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਪਾਰਟਿਕੂਲਰ ਬੈਂਚਸ ਤੇ ਜੱਜਿਸ ਨੂੰ ਟਾਰਗੇਟ ਕਰਕੇ ਇਹ ਰਿਮਾਰਕਸ ਹਨ। ਮਾਨਯੋਗ ਅਦਾਲਤ ਨੇ ਆਪਣੇ ਵਿਜ਼ਡਮ ਦੇ ਵਿੱਚ ਜਿਹੜਾ ਆਰਡਰ ਸੁਣਾਇਆ ਹੈ, ਕਿਉਂਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਮੈਨੂੰ ਪਿਛਲੇ ਕਈ ਦਹਾਕਿਆਂ ਦੇ ਵਿੱਚ ਅਜਿਹਾ ਕੋਈ ਆਰਡਰ ਨਹੀਂ ਦਿਸ ਰਿਹਾ ਜਿਸ ਵਿੱਚ ਇੱਕ ਬੰਦੇ ਨੂੰ ਰੋਕਣ ਲਈ ਕਹਿ ਲਈਏ ਜਾਂ ਉਸ ਦੀ ਜਿਹੜੀ ਜੋ ਵੀ ਉਸਨੇ ਕਮੈਂਟਸ ਕੀਤੇ ਨੇ ਅਦਾਲਤਾਂ ਬਾਰੇ ਉਸ ਸੰਬੰਧੀ ਜਿੰਨੇ ਵੀ ਵੀਡੀਓਜ਼ ਹੈਗੇ ਨੇ, ਆਪੱਤੀਜਨਕ ਵੀਡੀਓਜ਼ ਹੈਗੇ ਨੇ, ਉਹਨਾਂ ਨੂੰ YouTube, Facebook ਤੇ Twitter ਦੇ ਪਲੇਟਫਾਰਮਸ ਤੋਂ ਹਟਾਉਣ ਦੇ ਆਰਡਰ ਪਾਸ ਕੀਤੇ ਗਏ ਨੇ। ਸੋ ਹੁਣ ਮਾਰਚ ਇਸ ਕੇਸ ਦੇ ਵਿੱਚ ਤਾਰੀਖ ਹੈ, ਲੇਕਿਨ ਉਸ ਤੋਂ ਪਹਿਲਾਂ 24 ਫਰਵਰੀ ਨੂੰ ਅਦਾਲਤ ਦੇ ਵਿੱਚ ਬਹੁਤ ਕੁਝ ਹੋਏਗਾ। ਸੋ ਵਨ ਹੈਜ਼ ਟੂ ਸੀ ਕੀ ਹੋਣਾ ਹੈ। ਪੰਜਾਬ ਦੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਜੱਜਿਸ ਦੇ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਵਰਤਨ ਦੇ ਚੱਲਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਹਾਲਾਂਕਿ ਇਹ ਗੱਲ ਹੋਈ ਹੈ, ਉਸ ਤੋਂ ਬਾਵਜੂਦ ਵੀ ਲੋਕਾਂ ਦੇ ਮਨਾਂ 'ਚ ਬਲਵਿੰਦਰ ਸਿੰਘ ਸੇਖੋਂ ਦੇ ਵਾਸਤੇ ਕਾਫੀ ਹਮਦਰਦੀ ਹੈ, ਸਿੰਪਥੀ ਹੈ। ਅੱਜ ਇਸੀ ਗੱਲ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਕਰਮਨ ਜੀ। ਤੇ ਜੀ, ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੀ ਗ੍ਰਿਫਤਾਰੀ ਹੋਈ ਹੈ। ਮਾੜੀ ਸ਼ਬਦਾਵਲੀ ਜਿਹੜੀ ਉਹਨਾਂ ਨੇ ਵਰਤੀ ਸੀਗੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜਿਸ ਦੇ ਖਿਲਾਫ, ਜੁਡੀਸ਼ਰੀ ਦੇ ਖਿਲਾਫ, ਪਰ ਲੋਕਾਂ ਦੇ ਮਨਾਂ ਦੇ ਅੰਦਰ ਬਲਵਿੰਦਰ ਸਿੰਘ ਸੇਖੋਂ ਦੇ ਪ੍ਰਤੀ ਕਾਫੀ ਜ਼ਿਆਦਾ ਸਿੰਪਥੀ ਆ ਰਹੀ ਹੈ ਇਸ ਅਰੈਸਟ ਤੋਂ ਬਾਅਦ, ਕਿਉਂਕਿ ਸ਼ਾਇਦ ਉਹ ਮੁੱਦਾ ਚੁੱਕੇ ਸੀ ਡਰੱਗਸ ਵਾਲਾ, ਡਰੱਗਸ ਦੀਆਂ ਰਿਪੋਰਟਸ ਦਾ। ਇਹ 5 ਸਾਲਾਂ ਤੋਂ ਹਜੇ ਵੀ ਸੀਲ 'ਚ ਬੰਦ ਪਈਆਂ ਨੇ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੁੱਸਾ ਜ਼ਰੂਰ ਹੈ, ਇੱਕ ਸਿਸਟਮ ਨੂੰ ਲੈ ਕੇ ਜਿਹੜਾ ਹਤਾਸ਼ਾ ਲੋਕਾਂ ਦੇ ਮਨਾਂ ਦੇ ਵਿੱਚ ਹੈ। ਤੇ ਬਹੁਤ ਸੇ ਲੋਕ ਜਦੋਂ ਅਦਾਲਤਾਂ ਦੇ ਵਿੱਚ ਧੱਕੇ ਖਾਂਦੇ ਨੇ, ਇਹ ਚੀਜ਼ ਮਹਿਸੂਸ ਕਰਦੇ ਨੇ ਕਿ ਬਹੁਤ ਸੀ ਗੱਲਾਂ ਬਾਤਾਂ ਠੀਕ ਨਹੀਂ ਹੋ ਰਹੀਆਂ। ਸੋ ਉਸ ਪੂਰੇ ਦੇ ਪੂਰੇ ਭਾਵ ਨੂੰ ਐਕਸਪ੍ਰੈਸ਼ਨ ਦਿੱਤਾ ਬਲਵਿੰਦਰ ਸਿੰਘ ਸੇਖੋਂ ਨੇ। ਹਾਲਾਂਕਿ ਬਲਵਿੰਦਰ ਸਿੰਘ ਸੇਖੋਂ ਦੀ ਇੱਕ ਵਿਅਕਤੀਗਤ ਲੜਾਈ ਸ਼ੁਰੂ ਹੋਈ ਸੀ ਭਰਤ ਭੂਸ਼ਣ ਆਸ਼ੂ ਦੇ ਨਾਲ। ਪੰਜਾਬ ਦੇ ਉਸ ਵਕਤ ਦੇ ਖੁਰਾਕ ਮੰਤਰੀ ਹੋਇਆ ਕਰਦੇ ਸੀਗੇ। ਝਗੜਾ ਵਧਿਆ, ਇੱਕ ਫੋਨ ਕਾਲ ਆਈ, ਫੋਨ ਕਾਲ ਤੋਂ ਹੀ ਇੱਕ ਐਕਟਿਵਿਜ਼ਮ ਜਿਹੜਾ ਬਲਵਿੰਦਰ ਸੇਖੋਂ ਦਾ ਦੌਰ ਸੀ ਉਹ ਸ਼ੁਰੂ ਹੋਇਆ, ਜਿਸ ਤੋਂ ਬਾਅਦ ਕੀ ਉਹ ਅੱਗੇ ਵਧਦੇ ਗਏ ਤੇ ਕਈ ਬਹੁਤ ਸੇ ਅਹਿਮ ਮੁੱਦਿਆਂ ਦੇ ਉੱਤੇ, ਚਾਹੇ ਵਾਤਾਵਰਣ ਹੋਵੇ, ਚਾਹੇ ਕਰਪਸ਼ਨ ਹੋਵੇ, ਉਹਨਾਂ ਦੇ ਗੱਲਾਂ ਬਾਤਾਂ ਉੱਠਦੀਆਂ ਰਹੀਆਂ ਨੇ। ਲੇਕਿਨ ਬੀਤੇ ਦਿਨੀ ਜਿਹੜੇ ਉਹਨਾਂ ਵੱਲੋਂ ਕੁਝ ਕਮੈਂਟ ਕੀਤੇ ਗਏ, ਟਿੱਪਣੀਆਂ ਕੀਤੀਆਂ ਗਈਆਂ ਤੇ ਅਦਾਲਤ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਪਾਰਟਿਕੂਲਰ ਬੈਂਚਸ ਤੇ ਜੱਜਿਸ ਨੂੰ ਟਾਰਗੇਟ ਕਰਕੇ ਇਹ ਰਿਮਾਰਕਸ ਹਨ, ਜਿਸ ਤੋਂ ਬਾਅਦ ਕਿ ਅਦਾਲਤ ਨੇ ਇਸ ਚੀਜ਼ ਦਾ ਨੋਟਿਸ ਲਿਆ। ਇੱਕ ਤਾਂ ਮੁੱਦਾ ਇਹ ਹੈ ਕਿ ਬਲਵਿੰਦਰ ਸਿੰਘ ਸੇਖੋਂ ਜਿਹੜੀ SIT ਸਿਧਾਰਥ ਚਟੋਪਾਧਿਆਏ ਦੀ ਇੱਕ SIT ਵੱਲੋਂ ਇੱਕ ਕੇਸ ਦੀ ਤਫਤੀਸ਼ ਕੀਤੀ ਗਈ ਸੀ। ਇਹ ਕੇਸ ਕੀ ਸੀ? ਇਹ ਕੇਸ ਸੀ SSP ਹੁੰਦੇ ਸੀ ਉਸ ਵਕਤ ਮੋਗੇ ਦੇ, ਪਹਿਲਾਂ ਤਰਨਤਾਰਨ ਰਹੇ ਰਾਜਜੀਤ ਸਿੰਘ, ਉਹਨਾਂ ਦੇ ਹੇਠ ਇੱਕ ਕੰਮ ਕਰ ਚੁੱਕਿਆ ਇੰਸਪੈਕਟਰ ਇੰਦਰਜੀਤ ਸਿੰਘ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇੰਦਰਜੀਤ ਸਿੰਘ 12 ਕਿਲੋ ਨਸ਼ੇ ਦੇ ਨਾਲ 8 ਕਿਲੋ ਪਲੱਸ 4 ਕਿਲੋ ਹੈਰੋਇਨ ਤੇ ਸਮੈਕ, ਇੱਕ AK-47, ਕੁਝ ਨਕਦੀ ਵਗੈਰਾ, ਇਸ ਤਰੀਕੇ ਦੇ ਨਾਲ ਉਸਨੂੰ ਜਲੰਧਰ ਫਗਵਾੜੇ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਪੁਲਿਸ ਲਾਈਨ ਤੋਂ ਉਹਦੇ ਘਰੋਂ ਗ੍ਰਿਫਤਾਰ ਕਰਕੇ ਉਸਨੂੰ ਲਿਜਾਇਆ ਜਾਂਦਾ ਹੈ। ਸੋ ਇਹ ਪੂਰਾ ਦਾ ਪੂਰਾ ਮਾਮਲਾ ਵਧਿਆ ਤੇ ਇਹਨਾਂ ਇੰਦਰਜੀਤ ਤੇ ਰਾਜਜੀਤ ਦੇ ਜ਼ਰੀਏ ਹੀ ਪੰਜਾਬ ਦੇ ਉਸ ਵਕਤ ਦੇ ਜਿਹੜੇ DGP ਸੀ ਸੁਰੇਸ਼ ਅਰੋੜਾ ਤੇ ਭਵਿੱਖ ਦੇ ਬਣਨ ਵਾਲੇ ਜਿਹੜੇ ਲਾਈਨ ਦੇ ਵਿੱਚ ਲੱਗੇ ਹੋਏ DGP ਸੀ ਦਿਨਕਰ ਗੁਪਤਾ, ਇਹ ਦੋਵਾਂ ਅਫਸਰਾਂ ਦੇ ਨਾਂ ਇਸ ਤਫਤੀਸ਼ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਨਾਂ ਵਿੱਚ ਉੱਭਰ ਰਹੇ ਸੀ। ਲੇਕਿਨ ਇਸ ਮਾਮਲੇ ਦੇ ਵਿੱਚ ਜਦੋਂ ਰਾਜਜੀਤ ਸਿੰਘ ਹਾਈ ਕੋਰਟ ਚਲਾ ਜਾਂਦਾ ਤੇ ਉਸ ਤੋਂ ਬਾਅਦ ਇੱਕ ਸਿੱਟ ਬਣ ਜਾਂਦੀ ਹੈ। ਹੁਣ ਇੱਥੇ ਫਰਕ ਕਰ ਲਈਏ ਕਿ ਉਹ ਜਿਹੜੀ ਸਿੱਟ ਭੋਲਾ ਡਰੱਗ ਕੇਸ ਵਾਲੀ ਬਿਕਰਮ ਸਿੰਘ ਮਜੀਠੀਆ, ਜਿਸ ਦੇ ਵਿੱਚ ਨਾਮਜ਼ਦ ਨੇ ਹੋਰ ਬਹੁਤ ਸੇ ਲੋਕ ਹੈਗੇ ਨੇ ਉਸ ਕੇਸ ਦੇ ਵਿੱਚ, ਉਹ ਇੱਕ ਵੱਖਰੀ ਇਨਵੈਸਟੀਗੇਸ਼ਨ ਸੀ ਜੋ ਕਿ STF ਨੂੰ ਦਿੱਤੀ ਗਈ ਸੀ। ਹਰਪ੍ਰੀਤ ਸਿੱਧੂ ਨੇ ਉਹਨਾਂ ਦੀ ਜਾਂਚ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਰਿਮਾਰਕਸ ਦਿੱਤੇ। ਇਹ ਮੁੱਦਾ ਉਸ ਦਾ ਨਹੀਂ ਹੈ, ਇਹ ਮੁੱਦਾ ਹੈ ਉਸ ਸਿੱਟ ਦਾ ਜੋ ਕਿ ਸਿਧਾਰਥ ਚਟੋਪਾਧਿਆਏ ਦੀ ਸਿੱਟ ਸੀ। ਉਸ ਕੇਸ ਦੇ ਵਿੱਚ ਇਸ਼ਾਰਾ ਇਹ ਕੀਤਾ ਤੇ ਜੋ ਬਲਵਿੰਦਰ ਸਿੰਘ ਸੇਖੋਂ ਨੇ ਕੁਝ ਦਿਨ ਪਹਿਲਾਂ ਖੁਲਾਸਾ ਵੀ ਕੀਤਾ ਹੈ ਕਿ ਦਿਨਕਰ ਗੁਪਤਾ ਜੋ NIA ਦੇ ਮੁਖੀ ਹੈਗੇ ਨੇ ਤੇ ਸੁਰੇਸ਼ ਅਰੋੜਾ ਸਾਬਕਾ ਪੰਜਾਬ ਦੇ DGP, ਇੱਕ ਉਹਨਾਂ ਨੇ ਜਸਟਿਸ ਸੂਰਯਕਾਂਤ ਦਾ ਵੀ ਨਾਂ ਲਿਆ ਜੋ ਕਿ ਇਸ ਵਕਤ ਸੁਪਰੀਮ ਕੋਰਟ ਦੇ ਜੱਜ ਨੇ। ਸੋ ਵਿਅਕਤੀਗਤ ਤੌਰ ਤੇ ਇਹਨਾਂ ਲੋਕਾਂ ਦੇ ਖਿਲਾਫ ਐਲੀਗੇਸ਼ਨ ਲੱਗੇ ਤੇ ਬਾਅਦ ਦੇ ਵਿੱਚ ਇਸੇ ਬੈਂਚ ਜਿਸ ਨੇ ਕਿ ਹੁਣ ਇਹ ਕਿਹਾ ਹੈ, ਆਰਡਰ ਪਾਸ ਕੀਤਾ ਹੈ ਕਿ ਅਦਾਲਤ ਦੀ ਅਵਮਾਨਨਾ ਕਰਨ ਦੇ ਇਲਜ਼ਾਮ ਦੇ ਵਿੱਚ ਨਾ ਸਿਰਫ ਬਲਵਿੰਦਰ ਸੇਖੋਂ ਨੂੰ ਫੜਿਆ ਜਾਵੇ ਬਲਕਿ 24 ਫਰਵਰੀ ਨੂੰ ਅਦਾਲਤ ਦੇ ਸਾਹਮਣੇ ਇਸੇ ਬੈਂਚ ਦੇ ਸਾਹਮਣੇ ਪੇਸ਼ ਵੀ ਉਹਨਾਂ ਨੂੰ ਕੀਤਾ ਜਾਏ। ਸੋ ਇਹ ਪੂਰਾ ਦਾ ਪੂਰਾ ਮਾਮਲਾ ਅਦਾਲਤ ਦੀ ਤੋਹੀਨ ਦਾ ਹੈ, ਅਵਮਾਨਨਾ ਦਾ ਹੈ। ਆਪਾਂ ਇਨ ਪਬਲਿਕ ਲੋਕ ਮੰਨਦੇ ਹੈਗੇ ਨੇ ਕਿ ਬਲਵਿੰਦਰ ਸਿੰਘ ਸੇਖੋਂ ਜਿਹੜੀ ਗੱਲਬਾਤ ਕਰ ਰਹੇ ਸੀ ਉਹ ਦੁਰਸਤ ਕਰ ਰਹੇ ਸੀ, ਉਹ ਇੱਕ ਵਿਸਲ ਬਲੋਅਰ ਦਾ ਕੰਮ ਕਰ ਰਹੇ ਸੀ। ਇਹਨਾਂ ਤਫਤੀਸ਼ਾਂ ਨੂੰ ਕਿਉਂ ਬੰਦ ਡੱਬਿਆਂ ਦੇ ਵਿੱਚ ਰੱਖਿਆ ਗਿਆ ਹੈ, ਇਸ ਉੱਤੇ ਸਵਾਲ ਚੁੱਕਣਾ ਕੋਈ ਅਦਾਲਤ ਦੀ ਅਵਮਾਨਨਾ ਨਹੀਂ ਹੈ। ਲੇਕਿਨ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ, ਜਿਸ ਤਰੀਕੇ ਦੇ ਨਾਲ ਅਦਾਲਤ ਦੇ ਜੱਜਾਂ ਨੂੰ ਨਾਂ ਲੈ ਕੇ ਸੰਬੋਧਨ ਕੀਤਾ ਜਾ ਰਿਹਾ ਸੀ, ਮੈਨੂੰ ਲੱਗਦਾ ਹੈ ਉਸ ਚੀਜ਼ ਤੋਂ ਇਤਰਾਜ਼ ਉੱਠਿਆ, ਜਿਸ ਤੋਂ ਬਾਅਦ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਸ ਬੈਂਚ ਨੇ ਨੋਟਿਸ ਲਿਆ। ਤੇ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਸਮਾਗਮ ਰਹੇ ਜਿਸ ਵਿੱਚ ਕਿ ਹੋਰ ਬਹੁਤ ਸੇ ਜੱਜਾਂ ਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਗਈਆਂ। ਇਹਨਾਂ ਦੇ ਨਾਲ ਹੀ ਜਿਹੜੇ ਇੱਕ ਹੋਰ ਸ਼ਖਸ ਹੈਗੇ ਨੇ ਪ੍ਰਦੀਪ ਸ਼ਰਮਾ,
ਜੀ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਧਿਰ ਬਣਾਇਆ ਗਿਆ, ਪਾਰਟੀ ਬਣਾਇਆ ਗਿਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਮਾਨਯੋਗ ਅਦਾਲਤ ਨੇ ਆਪਣੇ ਵਿਜ਼ਡਮ ਦੇ ਵਿੱਚ ਜਿਹੜਾ ਆਰਡਰ ਸੁਣਾਇਆ ਹੈ, ਕਿਉਂਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਮੈਨੂੰ ਪਿਛਲੇ ਕਈ ਦਹਾਕਿਆਂ ਦੇ ਵਿੱਚ ਅਜਿਹਾ ਕੋਈ ਆਰਡਰ ਨਹੀਂ ਦਿਸ ਰਿਹਾ ਜਿਸ ਵਿੱਚ ਇੱਕ ਬੰਦੇ ਨੂੰ ਰੋਕਣ ਲਈ ਕਹਿ ਲਈਏ ਜਾਂ ਉਸ ਦੀ ਜਿਹੜੀ ਜੋ ਵੀ ਉਸਨੇ ਕਮੈਂਟਸ ਕੀਤੇ ਨੇ ਅਦਾਲਤਾਂ ਬਾਰੇ, ਉਸ ਸੰਬੰਧੀ ਜਿੰਨੇ ਵੀ ਵੀਡੀਓਜ਼ ਹੈਗੇ ਨੇ, ਆਪੱਤੀਜਨਕ ਵੀਡੀਓਜ਼ ਹੈਗੇ ਨੇ, ਉਹਨਾਂ ਨੂੰ YouTube, Facebook ਤੇ Twitter ਦੇ ਪਲੇਟਫਾਰਮਸ ਤੋਂ ਹਟਾਉਣ ਦੇ ਆਰਡਰ ਪਾਸ ਕੀਤੇ ਗਏ ਨੇ ਤੇ ਇਸ ਨੋਟਿਸ ਦੇ ਵਿੱਚ YouTube ਤੇ Facebook ਨੂੰ, ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜਿਹੜੇ ਹੈਡ ਆਫਿਸਿਸ ਭਾਰਤ ਦੇ ਵਿੱਚ ਨੇ, ਉਹਨਾਂ ਨੂੰ ਵੀ ਕਿਹਾ ਗਿਆ, ਇੱਥੋਂ ਤੱਕ ਕਿਹਾ ਗਿਆ ਅਦਾਲਤ ਦੇ ਇਸ ਨਿਰਦੇਸ਼ ਦੇ ਵਿੱਚ ਕਿ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਇਹ ਵੀਡੀਓ ਕਿਸੇ ਵੀ ਅਦਾਰੇ ਨੇ ਪਾਇਆ ਹੋਵੇ, ਲੇਕਿਨ ਕਿਉਂਕਿ ਇਸ ਦਾ ਜਿਹੜਾ ਕੰਟੈਂਟ ਹੈ ਉਹ ਭਾਰਤ ਦੇ ਵਿੱਚ ਜਨਰੇਟ ਹੋਇਆ ਹੈ, ਭਾਰਤ ਦੀਆਂ ਅਦਾਲਤਾਂ ਤੇ ਉੱਥੋਂ ਦੇ ਜੱਜਾਂ ਦੀ ਤੋਹੀਨ ਇਹਨਾਂ ਗੱਲਾਂ ਬਾਤਾਂ ਰਿਮਾਰਕਸ ਦੇ ਵਿੱਚ ਹੋਈ ਹੈ, ਤਾਂ ਕਰਕੇ ਇਹ ਜਿੱਥੇ ਮਰਜ਼ੀ ਅਪਲੋਡ ਹੋਵੇ ਇਸ ਨੂੰ ਤੁਸੀਂ ਡਿਲੀਟ ਕਰਨਾ ਹੈ। ਸੋ ਇਹਨਾਂ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਨੂੰ ਵੀ ਅਦਾਲਤ ਵੱਲੋਂ ਨਿਰਦੇਸ਼ ਦਿੱਤੇ ਗਏ ਨੇ। ਸੋ 24 ਫਰਵਰੀ ਦੀ ਕ੍ਰਿਟੀਕਲ ਡੇਟ ਹੈ, ਇਸ ਤੋਂ ਪਹਿਲਾਂ ਅਦਾਲਤ ਵਿੱਚ ਲੁਧਿਆਣਾ ਦੀ ਉਹਨਾਂ ਨੂੰ ਪੇਸ਼ ਕੀਤਾ ਗਿਆ, ਜਿਸ ਦੌਰਾਨ ਉਹਨਾਂ ਨੇ ਫਿਰ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਇਸ ਚੀਜ਼ ਦਾ ਅਸਰ ਨਹੀਂ ਹੈ, ਬਲਵਿੰਦਰ ਸਿੰਘ ਸੇਖੋ ਆਪਣੀ ਲੜਾਈ ਨੂੰ ਉਵੇਂ ਹੀ ਜਾਰੀ ਰੱਖਣਗੇ ਜਿਵੇਂ ਉਹ ਪਹਿਲਾਂ ਕਰਦੇ ਆਏ ਨੇ। ਸੋ 24 ਫਰਵਰੀ ਨੂੰ ਹੁਣ ਅਦਾਲਤ ਦੇ ਵਿੱਚ ਕੀ ਹੁੰਦਾ, ਉਸ ਬੈਂਚ ਦੇ ਸਾਹਮਣੇ ਬਲਵਿੰਦਰ ਸੇਖੋ ਹੋਣਗੇ, ਉਸ ਦੌਰਾਨ ਇੱਕ ਨਜ਼ਰਸਾਨੀ ਕਰਨੀ ਪਏਗੀ ਕਿ ਕਾਰਵਾਈ ਕੀ ਹੁੰਦੀ ਹੈ, ਉਸ ਕੋਰਟ ਦੇ ਸਾਹਮਣੇ ਕੀ ਹੁੰਦਾ ਹੈ, ਕਿਉਂਕਿ ਇਸੇ ਕੋਰਟ ਦੇ ਸਾਹਮਣੇ ਪਹਿਲਾਂ ਵੀ ਬਲਵਿੰਦਰ ਸਿੰਘ ਸੇਖੋ ਕੁਝ ਦਿਨ ਪਹਿਲਾਂ ਪੇਸ਼ ਹੋਏ ਸਨ ਤੇ ਉਸੇ ਵਕਤ ਅਦਾਲਤ ਨੇ ਕਿਹਾ ਸੀ, ਇਹਨਾਂ ਨੂੰ ਨਾਂ ਲੈ ਕੇ ਸੱਦ ਕੇ ਕਿਹਾ ਸੀ ਕਿ ਤੁਸੀਂ ਅਦਾਲਤ ਦੇ ਖਿਲਾਫ ਕਾਫੀ ਟਿੱਪਣੀ ਕਰ ਰਹੇ ਹੋ, ਅਸੀਂ ਤੁਹਾਨੂੰ ਨੋਟਿਸ ਜਾਰੀ ਕਰਾਂਗੇ। ਸੋ ਇਹ ਗੱਲਬਾਤ ਪਹਿਲਾਂ ਹੋਈ ਸੀ, ਉਸ ਤੋਂ ਬਾਅਦ ਫਿਰ ਫਾਈਨਲੀ ਇਹ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਦਾ ਆਰਡਰ ਹੈ ਸੂਮੋਟੋ ਨੋਟਿਸ ਕੋਰਟ ਨੇ ਹਾਈ ਕੋਰਟ ਨੇ ਲਿਆ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜੀ ਰਿਤੇਸ਼ ਜੀ, ਜਿਹੜਾ ਉਹਨਾਂ ਨੇ ਸਿੱਧੇ ਤੌਰ ਤੇ ਕੋਰਟ ਨੂੰ, ਜੱਜਿਸ ਨੂੰ ਚੈਲੰਜ ਕੀਤਾ ਹੈ, ਆਮ ਤੌਰ ਤੇ ਦੇਖਿਆ ਨਹੀਂ ਜਾਂਦਾ ਹੈਗਾ ਤੇ ਕਦੇ ਇਹ ਯੂਨੀਕ ਗੱਲ ਕਹਿ ਲਓ ਵੀ ਬਹੁਤ ਘੱਟ ਦੇਖਿਆ ਜਾਂਦਾ ਹੈ ਵੀ ਕੋਈ ਬੰਦਾ ਸਿੱਧੇ ਤੌਰ ਤੇ ਜੁਡੀਸ਼ਰੀ ਨੂੰ ਚੈਲੰਜ ਕਰਦੇ, ਜਿਸ ਤਰ੍ਹਾਂ ਉਹ ਇਨ ਹਾਊਸ ਕੋਰਟ ਜਦੋਂ ਪੇਸ਼ੀ ਚੱਲ ਰਹੀ ਸੀ, ਟ੍ਰਾਇਲ ਚੱਲ ਰਿਹਾ ਸੀ ਜਾਂ ਸੁਣਵਾਈ ਹੋ ਰਹੀ ਸੀ, ਉਦੋਂ ਵੀ ਉਹਨਾਂ ਨੇ ਜੱਜਿਸ ਅੱਗੇ ਆਪਣੀ ਜਿਹੜੀ ਹੈ ਪੁਆਇੰਟਸ ਰੱਖੇ ਨੇ, ਉਹ ਕੋਰਟ 'ਚ ਮੌਜੂਦ ਸੀਗੇ। ਤਾਂ ਇਸ ਤੋਂ ਬਾਅਦ ਕੀ ਸੇਖੋਂ ਵਾਸਤੇ ਬਾਹਰ ਆਉਣਾ, ਬੇਲ ਮਿਲਣਾ, ਰਿਲੀਫ ਮਿਲਣਾ, ਹੋਰ ਸਾਰੀਆਂ ਗੱਲਾਂ ਵੀ ਮੁਸ਼ਕਿਲ ਹੋ ਗਈਆਂ ਨੇ? ਹਾਲਾਂਕਿ ਇੱਕ ਪਾਸੇ ਉਹ ਲੜਾਈ ਵੀ ਲੜ ਰਹੇ ਸੀਗੇ ਕਿ ਉਹ ਕਹਿ ਰਹੇ ਆ ਵੀ ਲੋਕਾਂ ਦੇ ਵੀ ਉਹ ਡਰੱਗਸ ਦੇ ਮਾਮਲੇ 'ਚ ਹੋਰ ਬੜੇ ਕੇਸਾਂ ਦੇ ਅੰਦਰ ਉਹ ਵਿਸਲ ਬਲੋਅਰ ਨੇ, ਤਾਂ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਰਾਹ ਵੀ ਔਖਾ ਹੋ ਗਿਆ ਜੇ ਤੋਂ ਬਾਹਰ ਆਉਣ ਦਾ? ਦੇਖੋ, ਔਖਾ ਨਹੀਂ ਹੋਇਆ ਕਿਉਂਕਿ ਬਲਵਿੰਦਰ ਸੇਖੋਂ ਇਸ ਨੂੰ ਬੜੇ ਡਿਫਰੈਂਟਲੀ ਦੇਖਦੇ ਨੇ। ਆਪਾਂ ਉਹਨਾਂ ਦੀ ਗੱਲਾਂ ਬਾਤਾਂ ਬਿਆਨ ਹੋ ਜੋ ਗ੍ਰਿਫਤਾਰੀ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤਾ, ਉਸ ਤੋਂ ਬਾਅਦ ਅਦਾਲਤ ਦੇ ਵਿੱਚ ਵੀ ਹੁਣ ਜਦੋਂ ਲੁਧਿਆਣਾ 'ਚ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਉਹਨਾਂ ਦੀ ਗੱਲਬਾਤ ਤੋਂ ਇੰਝ ਲੱਗ ਰਿਹਾ ਹੈ ਤੇ ਜੋ ਕਿ ਹੈ ਵੀ ਗੱਲਬਾਤ ਕਿ ਬਲਵਿੰਦਰ ਸਿੰਘ ਸੇਖੋਂ ਇਸ ਗ੍ਰਿਫਤਾਰੀ ਦੇ ਵਿਸ਼ੇ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਲੈ ਨਹੀਂ ਰਹੇ ਨੇ। ਹਾਲਾਂਕਿ ਮਾਮਲਾ ਹੈ ਗੰਭੀਰ, ਅਦਾਲਤ ਦੇ ਇਤਿਹਾਸ ਦੇ ਵਿੱਚ ਇਸ ਤਰੀਕੇ ਦੀਆਂ ਸਥਿਤੀਆਂ ਘੱਟ ਵੱਧ ਬਣਦੀਆਂ ਨੇ ਕਿਉਂਕਿ ਇਹਨਾਂ ਕੇਸਾਂ ਦੇ ਵਿੱਚ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਇਸ ਮੁੱਦੇ ਉੱਤੇ ਵਿਸਲ ਬਲੋ ਕਰਨਾ, ਇਸ ਮੁੱਦੇ ਉੱਤੇ ਇੱਕ ਕਰੂਸੇਡਰ ਦੀ ਭੂਮਿਕਾ ਅਦਾ ਕਰਨਾ, ਉਸ ਲਈ ਤਾਂ ਬਲਵਿੰਦਰ ਸਿੰਘ ਸੇਖੋਂ ਬਿਲਕੁਲ ਸਹੀ ਕਰ ਰਹੇ ਨੇ। ਬਹੁਤ ਸੇ ਲੋਕ, ਈਵਨ ਮੈਂ ਵਿਅਕਤੀਗਤ ਤੌਰ ਤੇ ਜੇ ਆਪਾਂ ਗੱਲ ਕਰੀਏ ਇਹਨਾਂ ਕੇਸਾਂ ਨੂੰ ਜੋ ਥੋੜੀ ਨੇੜਤਾ ਤੋਂ ਦੇਖਦੇ ਸਮਝਦੇ ਆਏ ਆ, ਇਸ ਉੱਤੇ ਰਿਪੋਰਟਿੰਗ ਕਰਦੇ ਆ, ਮਹਿਸੂਸ ਇਹ ਹੁੰਦਾ ਹੈ ਕਿ ਇੰਨੇ ਸਾਲਾਂ ਦੌਰਾਨ ਇਹਨਾਂ ਰਿਪੋਰਟਾਂ ਨੂੰ ਸਿਰਫ ਬਸਤਿਆਂ ਵਿੱਚ ਬੰਦ ਇਸ ਕਰਕੇ ਰੱਖਿਆ ਗਿਆ ਕਿਉਂਕਿ ਕੁਝ ਵੱਡੇ ਪੁਲਿਸ ਅਫਸਰਾਂ ਦੇ ਵਿੱਚ ਨਾ ਆ ਗਏ ਤੇ ਨਾ ਆ ਗਏ ਉਸ ਤੋਂ ਬਾਅਦ ਰਿਪੋਰਟਾਂ। ਦੇਖੋ, ਮੇਰਾ ਇੱਕ ਹੋਰ ਵਿਊ ਹੈ ਕਿ ਭੋਲਾ ਡਰੱਗ ਕੇਸ ਦੇ ਵਿੱਚ ਬੜੇ ਵੱਡੇ ਲੋਕਾਂ ਦੇ ਨਾਂ ਆ ਗਏ, ਗ੍ਰਿਫਤਾਰੀਆਂ ਵੀ ਪੈ ਗਈਆਂ, ਫਿਰ ਬਿਕਰਮ ਸਿੰਘ ਮਜੀਠੀਆ ਵਰਗੇ ਲੋਕਾਂ ਨੂੰ ਜ਼ਮਾਨਤਾਂ ਵੀ ਹੋ ਗਈਆਂ। ਸੋ ਜੇ ਨਾਂ ਖੋਲ ਵੀ ਦਿੱਤੇ ਜਾਣ ਉਹਨਾਂ ਅਫਸਰਾਂ ਦੇ ਤਾਂ ਉਹਦੇ 'ਚ ਐਡਾ ਵੱਡਾ ਕੋਈ ਹਰਜ਼ ਹੋਣਾ ਨਹੀਂ ਚਾਹੀਦਾ ਸੀ, ਲੇਕਿਨ ਕੀ ਕਾਰਨ ਹੈ ਕਿ ਇਸ ਕਾਰਵਾਈ ਨੂੰ ਅੱਗੇ ਡੀਲੇ ਕੀਤਾ ਗਿਆ। ਸੋ ਇਸ ਦੀ ਬੈਕਗਰਾਉਂਡ ਬੜੀ ਇੰਟਰਸਟਿੰਗ ਹੈ ਕਿਉਂਕਿ ਜਦੋਂ ਇਹ ਪੂਰਾ ਦਾ ਪੂਰਾ 2018 ਦੇ ਵਿੱਚ ਇਹ ਬਲੋ ਅਪ ਹੋਇਆ ਸੀ ਪੂਰਾ ਮਾਮਲਾ, ਇੰਸਪੈਕਟਰ ਇੰਦਰਜੀਤ ਦੀ ਗ੍ਰਿਫਤਾਰੀ ਤੋਂ ਟ੍ਰਿਗਰ ਹੋਇਆ ਸੀ ਪੁਆਇੰਟ। ਇੰਸਪੈਕਟਰ ਇੰਦਰਜੀਤ ਇੱਕ ਅਜਿਹਾ ਬੰਦਾ ਮੰਨਿਆ ਗਿਆ ਜੋ ਕਿ ਕੁਝ ਪੁਲਿਸ ਅਫਸਰਾਂ ਦਾ ਕਰੀਬੀ ਸੀ ਤੇ ਇਹ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦੀ ਹੈਰੋਇਨ ਦੀ ਰਿਕਵਰੀ ਦਾ ਜਿਹੜਾ ਸਭ ਤੋਂ ਵੱਡਾ ਰਿਕਾਰਡ ਹੈ, ਓਵਰਆਲ ਸਾਰੇ ਕਿਸਮ ਦੇ ਨਸ਼ੇ, ਉਹਦੀ ਸਭ ਤੋਂ ਵੱਡਾ ਜਿਹੜਾ ਰਿਕਾਰਡ ਹੈ ਉਹ ਇੰਸਪੈਕਟਰ ਇੰਦਰਜੀਤ ਦੇ ਨਾਂ ਹੈ। ਹਰਦਿਆਲ ਸਿੰਘ ਮਾਨ ਜਿਨ੍ਹਾਂ ਨੇ ਸਭ ਤੋਂ ਵੱਡੀ ਪੰਜਾਬ ਦੀ ਡਰੱਗ ਰਿਕਵਰੀ ਕੀਤੀ ਸੀ, ਜੇ ਆਪਾਂ ਕੰਸੋਲੀਡੇਟ ਕਰ ਲਈਏ ਨੰਬਰ 1 ਤੇ ਹਰਦਿਆਲ ਸਿੰਘ ਮਾਨ ਆਉਂਦੇ ਨੇ, ਇੰਸਪੈਕਟਰ ਇੰਦਰਜੀਤ ਦੂਸਰੇ ਨੰਬਰ ਦੇ ਉੱਤੇ ਡਰੱਗ ਦੀ ਰਿਕਵਰੀ ਕਰਨ ਵਾਲਾ ਅਫਸਰ ਸੀ। ਲੇਕਿਨ ਇੱਕ ਕਾਂਸਟੇਬਲ ਤੋਂ, ਇੱਕ ਹੈੱਡ ਕਾਂਸਟੇਬਲ ਤੋਂ ਉਸਨੂੰ ਰੈਂਕ ਦਿੱਤੇ ਗਏ ਤੇ ਉਸ ਤੋਂ ਬਾਅਦ ਉਹ ਸੀਆਈ ਇੰਚਾਰਜ ਲਾਤਾ ਗਿਆ। ਉਸ ਦੌਰਾਨ ਉਸਨੇ ਡਰੱਗਸ ਸਮਗਲਰ ਫੜੇ ਵੀ ਬਹੁਤ ਸਾਰੇ ਤੇ ਉਸੇ ਆੜ ਦੇ ਵਿੱਚ ਸ਼ਾਇਦ ਬਹੁਤ ਉਲਟੇ ਸਿੱਧੇ ਕੰਮ ਵੀ ਕੀਤੇ ਤੇ ਉਤਲੇ ਆਪਣੇ ਅਫਸਰਾਂ ਨੂੰ ਅਬਲਾਈਜ ਕੀਤਾ। ਸੋ ਇੰਦਰਜੀਤ ਸਿੰਘ ਜਦੋਂ ਹੱਥ ਆਂਦਾ ਉਸ ਵਕਤ ਸਥਿਤੀ ਇਹ ਸੀਗੀ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਡੀਜੀਪੀ ਸੀਗੇ ਸੁਰੇਸ਼ ਅਰੋੜਾ। ਕਾਇਦੇ ਦੇ ਹਿਸਾਬ ਨਾਲ ਕਹਿ ਲਈਏ ਜਾਂ ਇਹ ਕਹਿ ਲਈਏ ਵੀ ਜਦੋਂ ਸਰਕਾਰ ਬਦਲਦੀ ਤਾਂ ਡੀਜੀਪੀ ਵੀ ਬਦਲ ਜਾਂਦਾ, ਲੇਕਿਨ ਸੁਰੇਸ਼ ਅਰੋੜਾ ਨੂੰ ਬਦਲਿਆ ਨਹੀਂ ਗਿਆ। ਸੁਰੇਸ਼ ਅਰੋੜਾ ਨੂੰ ਐਕਸਟੈਂਸ਼ਨਸ ਦਿੱਤੀਆਂ ਗਈਆਂ, 3 ਐਕਸਟੈਂਸ਼ਨ ਉਹਨਾਂ ਨੂੰ ਦਿੱਤੀਆਂ ਗਈਆਂ, 6 ਮਹੀਨੇ 3 ਮਹੀਨੇ, ਇਸ ਤਰੀਕੇ ਦੇ ਨਾਲ ਉਹਨੂੰ ਤਕਰੀਬਨ ਸਵਾ ਸਾਲ ਐਕਸਟੈਂਸ਼ਨਾਂ ਮਿਲਦੀਆਂ ਰਹੀਆਂ। ਐਕਸਟੈਂਸ਼ਨਾਂ ਦਿੱਤੇ ਜਾਣ ਦਾ ਪਰਪਸ ਕੀ ਸੀ? ਪਰਪਸ ਇਹ ਸੀ ਕਿ ਦਿਨਕਰ ਗੁਪਤਾ ਵਾਸ ਵੇਟਿੰਗ ਇਨ ਦੈਟ ਲਾਈਨ,
ਉਹ ਡੀਜੀਪੀ ਅਹੁਦੇ ਦੀ ਜਿਹੜੀ ਇੱਕ ਲਿਸਟ ਬਣਦੀ ਹੈ 6 ਅਫਸਰਾਂ ਦਾ 7 ਅਫਸਰਾਂ ਦਾ ਇੱਕ ਪੈਨਲ ਬਣਨਾ ਹੁੰਦਾ ਹੈ ਉਹਨਾਂ ਦੀ ਸੀਨੀਅਰਿਟੀ ਦੇ ਹਿਸਾਬ ਨਾਲ। ਉਸ ਪੈਨਲ ਦੇ ਵਿੱਚ ਦਿਨਕਰ ਗੁਪਤਾ ਦਾ ਨਾਮ ਨਹੀਂ ਆ ਰਿਹਾ ਸੀ ਕਿਉਂਕਿ ਉਹਨਾਂ ਦੀ ਸੀਨੀਅਰਿਟੀ ਉਹ ਨਹੀਂ ਬਣ ਰਹੀ ਸੀ, ਉਹਨਾਂ ਤੋਂ ਉੱਤੇ 5 ਹੋਰ ਅਫਸਰ ਸੀ। ਸੋ ਉਸ ਪੈਨਲ ਦੇ ਵਿੱਚ ਨਾਣ ਦੇ ਵਿੱਚ ਜਿੰਨਾ ਸਮਾਂ ਬਚਦਾ ਸੀ ਉਨੇ ਸਮੇਂ ਤੱਕ ਸੁਰੇਸ਼ ਅਰੋੜਾ ਸਾਹਿਬ ਨੂੰ ਐਕਸਟੈਂਸ਼ਨ ਦਿੱਤੀਆਂ ਗਈਆਂ। ਉਸ ਤੋਂ ਬਾਅਦ ਫਾਈਨਲੀ ਜਦੋਂ ਐਲੀਜੀਬਿਲਿਟੀ ਬਣ ਗਈ ਤਾਂ ਦਿਨਕਰ ਗੁਪਤਾ ਉਹਨਾਂ ਦਾ ਨਾਮ ਪੈਨਲ ਦੇ ਵਿੱਚ ਆ ਗਿਆ ਤੇ ਉਹਨਾਂ ਨੂੰ ਡੀਜੀਪੀ ਚੁਣ ਲਿਆ ਗਿਆ। ਇਸੇ ਪ੍ਰੋਸੈਸ ਦੇ ਦੌਰਾਨ ਇੰਸਪੈਕਟਰ ਇੰਦਰਜੀਤ ਨੂੰ ਫੜ ਲਿਆ ਜਾਂਦਾ ਹੈ, ਰਾਜੀਤ ਉੱਤੇ ਹੱਥ ਪਾਇਆ ਜਾਂਦਾ ਹੈ। ਰਾਜੀਤ ਐਸਐਸਪੀ ਸੀ, ਰਾਜੀਤ ਹਾਈ ਕੋਰਟ ਵੀ ਚਲਾ ਜਾਂਦਾ ਹੈ। ਖਦਸ਼ਾ ਇਹ ਹੁੰਦਾ ਹੈ ਕਿ ਇਹਨਾਂ ਇੰਸਪੈਕਟਰ ਇੰਦਰਜੀਤ ਰਾਜੀਤ ਦੇ ਜ਼ਰੀਏ ਹੱਥ ਪੈਣਾ ਸੀਗਾ ਜਾਂ ਨਾ ਜਿਹੜਾ ਉਛਲਣਾ ਸੀ ਉਹ ਉਛਲਣਾ ਸੀ ਸੁਰੇਸ਼ ਅਰੋੜਾ ਦਾ ਜਾਂ ਦਿਨਕਰ ਗੁਪਤਾ, ਕਿਉਂਕਿ ਦਿਨਕਰ ਗੁਪਤਾ ਦੀਆਂ ਕੁਝ ਕਥਿਤ ਸੰਪਤੀਆਂ ਨੂੰ ਲੈ ਕੇ ਸੁਰੇਸ਼ ਅਰੋੜਾ ਦੀ ਸੰਪਤੀਆਂ ਨੂੰ ਲੈ ਕੇ ਵੀ ਪੜਤਾਲ ਉਸ ਸਿੱਟ ਨੇ ਕੀਤੀ। ਸੋ ਇਹਨਾਂ ਲੋਕ ਅਫਸਰਾਂ ਨੂੰ ਡਰ ਇਹ ਵੀ ਸੀ ਜਾਂ ਕਹਿ ਲਈਏ ਕਿ ਇਸ ਤਰੀਕੇ ਦਾ ਖਦਸ਼ਾ ਸੀ। ਤੇ ਜਿਹੜੇ ਇੰਚਾਰਜ ਸੀ ਸਿੱਟ ਦੇ ਲਾਏ ਗਏ ਚਟੋਪਾਧਿਆਏ, ਜਿਨ੍ਹਾਂ ਦੀ ਆਪਾਂ ਗੱਲ ਜਿਸ ਦੀ ਰਿਪੋਰਟ ਦੀ ਅੱਜ ਗੱਲ ਹੋ ਰਹੀ ਹੈ, ਉਹ ਸਿਧਾਰਥ ਚਟੋਪਾਧਿਆਏ ਖੁਦ ਵੀ ਉਸ ਡੀਜੀਪੀ ਦੇ ਅਹੁਦੇ ਦੀ ਹੋੜ ਦੇ ਵਿੱਚ ਇੱਕ ਕੈਂਡੀਡੇਟ ਸੀ। ਸੋ ਇਹ ਲੱਗ ਰਿਹਾ ਸੀ ਕਿ ਇਹਨਾਂ ਅਫਸਰਾਂ ਦਾ ਨਾਂ ਜੇ ਆ ਜਾਂਦਾ ਹੈ, ਕੋਈ ਇਸ ਤਰੀਕੇ ਦੀ ਗੱਲਬਾਤ ਪਬਲਿਕ ਡੋਮੇਨ ਦੇ ਵਿੱਚ ਆ ਜਾਂਦੀ ਹੈ ਤਾਂ ਦਿਨਕਰ ਗੁਪਤਾ ਦਾ ਡੀਜੀਪੀ ਬਣਨਾ ਟਲ ਸਕਦਾ ਹੈ ਜਾਂ ਉਸ ਦੇ ਉੱਤੇ ਇੱਕ ਰੁਕਾਵਟ ਖੜੀ ਕੀਤੀ ਜਾ ਸਕਦੀ ਹੈ। ਇਹੀ ਕਾਰਨ ਸੀ ਕਿ ਦੂਸਰੇ ਪਾਸੇ ਕੁਝ ਹੋਰ ਪੈਰਲਲ ਕੇਸਾਂ ਦੇ ਵਿੱਚ ਇਨਵੈਸਟੀਗੇਸ਼ਨ ਆਈ ਤੇ ਚਟੋਪਾਧਿਆਏ ਦਾ ਨਾਂ ਜਿਹੜਾ ਸੀ, ਚੱਡਾ ਜਿਹੜਾ ਇੱਕ ਸੁਸਾਈਡ ਕੇਸ ਹੋਇਆ ਸੀ ਅੰਮ੍ਰਿਤਸਰ ਦਾ, ਉਸ ਦੇ ਵਿੱਚ ਵੀ ਉਹਨਾਂ ਨੂੰ ਪੁੱਛਗਿੱਛ ਲਈ ਕੁਐਸਚਨ ਭੇਜੇ ਗਏ। ਸਿਧਾਰਥ ਚਟੋਪਾਧਿਆਏ ਜਾ ਕੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਵੀ ਰੋਏ ਪਿੱਟੇ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਆਪਣਾ ਦੁਖੜਾ ਰੋਇਆ ਕਿ ਮੈਨੂੰ ਉਸ ਕੇਸ ਦੇ ਵਿੱਚ ਉਲਝਾ ਰਹੇ ਨੇ ਕਿਉਂਕਿ ਮੇਰੇ ਕੋਲ ਇਹਨਾਂ ਦੇ ਕੇਸਾਂ ਦੀ ਤਫਤੀਸ਼ ਹੈ ਤੇ ਮੇਰੇ ਕੋਲ ਬਹੁਤ ਐਸੀਆਂ ਚੀਜ਼ਾਂ ਆ ਰਹੀਆਂ ਨੇ ਜੋ ਕਿ ਇਹਨਾਂ ਅਫਸਰਾਂ ਦੇ ਖਿਲਾਫ ਨੇ। ਸੋ ਇੱਕ ਤਰੀਕੇ ਜਿਹੜੇ ਪੁਲਿਸ ਅਫਸਰਾਂ ਦੀ ਖਾਨਾ ਜੰਗੀ ਸੀ ਉਸ ਤੋਂ ਪੂਰੀ ਹੋਈ ਸਥਿਤੀ ਸੀ। ਮੈਂ ਕੇਸ ਦੀ ਬੈਕਗ੍ਰਾਉਂਡ ਸਮਝਣੀ ਲੋਕਾਂ ਨੂੰ ਬੜੀ ਜ਼ਰੂਰੀ ਹੈ। ਸੋ ਮਾਮਲਾ ਇਹ ਸੀਗਾ ਤੇ ਅਫਸਰਾਂ ਨੇ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਕਹਿ ਲਓ ਕਿ ਨੀਵੇਂ ਲਾਣਾ ਸੀ ਜਾਂ ਉਸ ਤਰੀਕੇ ਦੀ ਕਵਾਇਦ ਚੱਲਦੀ ਪਈ ਸੀ। ਸਿਧਾਰਥ ਚਟੋਪਾਧਿਆਏ ਨੇ ਜਿਹੜੀ ਆਪਣੀ ਰਿਪੋਰਟ ਹਾਈ ਕੋਰਟ ਦੇ ਵਿੱਚ ਸਬਮਿਟ ਕੀਤੀ ਹੈ, ਕਿਹਾ ਜਾਂਦਾ ਕਿ ਉਹਨਾਂ ਦੇ ਨਾਲ ਹੋਰ ਅਫਸਰਾਂ ਨੇ ਸਾਈਨ ਵੀ ਨਹੀਂ ਕੀਤੇ। ਇਨਫੈਕਟ 2 ਅਲੱਗ-ਅਲੱਗ ਰਿਪੋਰਟਾਂ ਪਈਆਂ ਨੇ, ਇੱਕ ਸਿੱਟ ਵੱਲੋਂ ਜਿਸ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਵੀ ਇੱਕ ਮੈਂਬਰ ਸੀ, ਇੱਕ ਹੋਰ ਇਹਨਾਂ ਦੇ ਨਾਲ ਪ੍ਰਬੋਧ ਕੁਮਾਰ ਮੈਂਬਰ ਸੀ ਤੇ ਇੱਕ ਸਿਧਾਰਥ ਚਟੋਪਾਧਿਆਏ ਵਾਸ ਦਾ ਹੈਡ ਆਫ ਦਿਸ ਸਿੱਟ। ਲੇਕਿਨ ਸਿਧਾਰਥ ਚਟੋਪਾਧਿਆਏ ਨੇ ਇੱਕ ਸਾਂਝੀ ਰਿਪੋਰਟ ਵੀ ਉਸ ਹਾਈ ਕੋਰਟ ਦੇ ਸਾਹਮਣੇ ਪਈ ਹੈ ਤੇ ਇੱਕ ਸਿਧਾਰਥ ਚਟੋਪਾਧਿਆਏ ਦੀ ਆਪਣੀ ਚਿੱਟ ਰਿਪੋਰਟ ਹੈ ਜਿਸ ਦੇ ਵਿੱਚ ਕੀ ਇਹਨਾਂ ਅਫਸਰਾਂ ਦੇ ਨਾਂ ਖੁੱਲ ਕੇ ਲਏ ਗਏ ਨੇ। ਹੁਣ ਇਹੀ ਚੀਜ਼ ਬਲਵਿੰਦਰ ਸਿੰਘ ਸੇਖੋਂ ਕਹਿ ਰਹੇ ਨੇ ਕਿ ਇਸ ਰਿਪੋਰਟ ਨੂੰ ਵੀ ਤੁਸੀਂ ਖੋਲੋ, ਇਸ ਤੋਂ ਵੀ ਪਰਤਾ ਖੋਲੋ ਤਾਂ ਕਿ ਉਹਨਾਂ ਲੋਕਾਂ ਦੇ ਨਾਂ, ਦੇਖੋ ਸੁਰੇਸ਼ ਅਰੋੜਾ ਤਾਂ ਐਜ਼ ਅ ਡੀਜੀਪੀ ਰਿਟਾਇਰ ਹੋ ਚੁੱਕੇ, ਕਈ ਸਾਲ ਹੋ ਚੁੱਕੇ ਨੇ, ਲੇਕਿਨ ਦਿਨਕਰ ਗੁਪਤਾ ਇਸ ਵਕਤ ਦੇਸ਼ ਦੀ ਪ੍ਰੀਮੀਅਰ ਇਨਵੈਸਟੀਗੇਸ਼ਨ ਏਜੰਸੀ NIA ਦੇ ਮੁਖੀ ਨੇ ਜਿਨ੍ਹਾਂ ਦਾ ਨਾਂ ਲੈ ਕੇ ਗੱਲ ਕੀਤੀ ਹੈ। ਗੱਲਬਾਤ ਸਿਰਫ ਲਹਿਜ਼ੇ ਦੀ ਹੈ। ਜਿਸ ਤਰੀਕੇ ਦੇ ਨਾਲ ਜਿਹੜੀ ਸ਼ਬਦਾਵਲੀ NIA ਨੂੰ ਵਰਤਿਆ ਜਾ ਰਿਹਾ ਹੈ ਨਸ਼ੇ ਦੇ ਵਪਾਰ ਵਾਸਤੇ, ਇੱਥੋਂ ਤੱਕ ਉਹਨਾਂ ਨੇ ਕਥਿਤ ਦੋਸ਼ ਲਾਏ ਹੈਗੇ ਨੇ ਦਿਨਕਰ ਗੁਪਤਾ ਨੂੰ। ਦੇਖੋ ਇਹ ਇੱਕ ਬੜੀ ਵੱਡੀ ਸਵੀਪਿੰਗ ਸਟੇਟਮੈਂਟਸ ਹੈਗੀਆਂ ਨੇ। ਦੇਖੋ ਇਲਜ਼ਾਮ ਲਾਣੇ ਬੜੇ ਸੌਖੇ ਨੇ। ਮੈਂ ਬਲਵਿੰਦਰ ਸਿੰਘ ਸੇਖੋਂ ਦੇ ਨਾਲ ਕਈ ਵਾਰ ਗੱਲ ਵੀ ਕੀਤੀ ਹੈ, ਮੈਂ ਉਹਨਾਂ ਨੂੰ ਕਹਿੰਦਾ ਵੀ ਰਿਹਾ ਕਿ ਤੁਸੀਂ ਇਲਜ਼ਾਮ ਲਾ ਦਿੰਦੇ ਹੋ, ਸਬੂਤ ਤੁਹਾਨੂੰ ਦੇਣੇ ਚਾਹੀਦੇ ਹੈ। ਉਹ ਕਹਿੰਦੇ ਨਹੀਂ, ਸਬੂਤ ਦੂਸਰੇ ਵਾਲਾ ਦੇਵੇ, ਯਾਨੀ ਕਿ ਜਿੱਥੇ ਤੁਸੀਂ ਇਲਜ਼ਾਮ ਲਾਏ ਨੇ ਉਹ ਬੰਦਾ ਆਪਣੀ ਇਨੋਸੈਂਸ ਦਾ ਸਬੂਤ ਦੇ। ਮੈਂ ਇਸ ਨੂੰ ਠੀਕ ਨਹੀਂ ਮੰਨਦਾ ਇਸ ਪੱਖੋਂ, ਇਸ ਤਰੀਕੇ ਦੇ ਸਵੀਪਿੰਗ ਐਲੀਗੇਸ਼ਨਸ, ਕਿਉਂਕਿ ਬਾਰ-ਬਾਰ ਇਹ ਜਿਹੜੀ ਗੱਲ ਕੀਤੀ ਜਾ ਰਹੀ ਸੀ ਤੇ ਅਦਾਲਤ ਨੇ ਆਪਣੇ ਆਰਡਰ ਦੇ ਵਿੱਚ ਇਸ ਚੀਜ਼ਾਂ ਨੂੰ ਨੋਟ ਵੀ ਕੀਤਾ ਹੈ ਕਿ ਤੁਸੀਂ ਬਾਰ-ਬਾਰ ਅਦਾਲਤ ਨੂੰ ਇਸ ਤਰੀਕੇ ਦੇ ਨਾਲ ਗੱਲਾਂ ਕਰ ਰਹੇ ਹੋ ਕਿ ਉਸ ਦੀ ਕਾਰਵਾਈ ਪ੍ਰਭਾਵਿਤ ਹੋਵੇ। ਜਿਹੜੀਆਂ ਤਰੀਕਾਂ ਪੈਂਦੀਆਂ ਨੇ ਅਦਾਲਤ ਦੀਆਂ ਉਸ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਤੁਹਾਡੀਆਂ ਸਟੇਟਮੈਂਟਸ ਹੁੰਦੀਆਂ ਨੇ। ਸੋ ਦੋਵੇਂ ਪੱਖ ਹੈਗੇ ਨੇ ਸਥਿਤੀ ਦੇ, ਲੇਕਿਨ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਦਾ ਵੱਡਾ ਕਾਰਨ ਸਮਝ ਵਿੱਚ ਆ ਰਿਹਾ ਉਹ ਇਹ ਹੈ ਕਿ ਉਹਨਾਂ ਨੇ ਵਿਅਕਤੀਗਤ ਹੋ ਕੇ ਅਦਾਲਤ ਦੇ ਜੱਜਾਂ ਨੂੰ ਟਾਰਗੇਟ ਕੀਤਾ ਹੈ। ਹੁਣ ਇਹ ਵਿਅਕਤੀਗਤ ਲੈਵਲ ਦੇ ਉੱਤੇ ਟਾਰਗੇਟ ਕਰਨਾ ਕਿੰਨਾ ਸਹੀ ਹੈ ਕਿੰਨਾ ਨਹੀਂ ਸਹੀ, ਦੇਖੋ ਡੈਫੇਮੇਸ਼ਨ ਦਾ ਲਾਓ, ਮਾਫ ਕਰਨਾ, ਜਿਹੜਾ ਕ੍ਰਿਮੀਨਲ ਜਿਹੜਾ ਬਿਹੇਵੀਅਰ ਹੁੰਦਾ ਜਿਸ ਵਿੱਚ ਕਿ ਅਦਾਲਤ ਦੀ ਅਵਮਾਨਨਾ, ਕੰਟੈਂਪਟ ਆਫ ਕੋਰਟ ਦਾ ਲਾਓ ਬੜਾ ਕਲੀਅਰ ਹੈ। ਤੁਸੀਂ ਅਦਾਲਤਾਂ ਦੀ ਜਜਮੈਂਟ ਨੂੰ ਕ੍ਰਿਟੀਸਾਈਜ਼ ਕਰੋ, ਤੁਸੀਂ ਅਦਾਲਤਾਂ ਦੇ ਫੈਸਲੇ ਦੇ ਵਿੱਚ ਨੁਕਤਾਚੀਨੀ ਕੱਢੋ, ਤੁਸੀਂ ਜੋ ਮਰਜ਼ੀ ਅਦਾਲਤਾਂ ਦੇ ਫੈਸਲਿਆਂ ਮੁਤਲਕ ਕਹਿ ਸਕਦੇ ਹੋ, ਲੇਕਿਨ ਤੁਸੀਂ ਜੱਜਾਂ ਦੀ, ਅਦਾਲਤਾਂ ਦੀ ਜਿਹੜੀ ਮੋਟਿਵਸ ਦੇ ਪਿੱਛੇ ਉਹਨਾਂ ਦੇ ਮੁਫਾਦ, ਉਹਨਾਂ ਦੇ ਮਕਸਦ, ਉਹਨਾਂ ਦੇ ਨਾਲ ਐਟਰੀਬਿਊਟ ਨਹੀਂ ਕਰ ਸਕਦੇ ਹੋ। ਇਹ ਨਹੀਂ ਕਹਿ ਸਕਦੇ ਕਿ ਕੋਈ ਜੱਜ ਬਿਕਾਊ ਹੈ ਜਦ ਤੱਕ ਤੁਹਾਡੇ ਕੋਲ ਇਸ ਚੀਜ਼ ਦਾ ਕੋਈ ਪੁਖਤਾ ਸਬੂਤ ਨਾ ਹੋਵੇ, ਤੇ ਸਬੂਤ ਲੋਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਕਰਨ ਉੱਤੇ ਕੋਈ ਮਨਾਹੀ ਨਹੀਂ ਹੈ। ਸੋ ਸ਼ਾਇਦ ਇਹੀ ਇੱਕ ਵਿਵਾਦ ਦਾ ਵਿਸ਼ਾ ਸੀ ਕਿ ਇਸ ਤਰੀਕੇ ਦੀਆਂ ਗੱਲਾਂ ਤਾਂ ਕੀਤੀਆਂ ਜਾ ਰਹੀਆਂ ਸੀ, ਇਲਜ਼ਾਮ ਤਾਂ ਲਾਏ ਜਾ ਰਹੇ ਸੀ, ਲੇਕਿਨ ਉਹਨਾਂ ਦੇ ਨਾਲ ਕੋਈ ਸਬਸਟੈਂਸ਼ੀਏਟ ਕਰਨ ਵਾਲਾ ਰਿਕਾਰਡ ਤੇ ਚੀਜ਼ਾਂ ਨਹੀਂ ਆ ਪਾਈਆਂ, ਜਾਂ ਫਿਰ ਉਸ ਚੀਜ਼ ਦੀ ਹੋ ਸਕਦਾ ਬਲਵਿੰਦਰ ਸਿੰਘ ਸੇਖੋਂ ਇੰਤਜ਼ਾਰ ਦੇ ਵਿੱਚ ਹੋਣ, ਉਹਨਾਂ ਨੂੰ ਹੋਏ ਵੀ ਅਦਾਲਤਾਂ ਦਾ ਪੂਰਾ ਰੁਖ ਦੇਖ ਲਈਏ ਤੇ ਜੇ ਅਖੀਰ ਦੇ ਵਿੱਚ ਵਾਕਈ ਇਹ ਲੋਕਾਂ ਨੂੰ ਬਚਾਏ ਜਾਣ ਦੀ ਜਾਂ ਇਹ ਰਿਪੋਰਟਾਂ ਨੂੰ ਖੋਲਣ ਤੋਂ ਅਦਾਲਤਾਂ ਪਿੱਛੇ ਹਟ ਰਹੀਆਂ ਨੇ, ਮੁਨਕਰ ਹੋ ਰਹੀਆਂ ਨੇ, ਉਸੇ ਸਥਿਤੀ ਦੇ ਵਿੱਚ ਜੋ ਵੀ ਉਹਨਾਂ ਕੋਲ ਸਬੂਤ ਹੋਣਗੇ ਉਸ ਨੂੰ ਉਹ ਲੋਕਾਂ ਦੀ ਕਚਹਿਰੀ ਵਿੱਚ ਰੱਖਣਗੇ। ਸੋ ਇਸੇ ਇੰਤਜ਼ਾਰ ਦੇ ਚੱਲਦੇ ਹੋਏ ਉਹਨਾਂ ਵੱਲੋਂ ਕਈ ਟਿੱਪਣੀਆਂ ਹੋਈਆਂ। ਸੋ ਦੇਖੋ ਅਦਾਲਤਾਂ ਦੀ ਮਰਿਆਦਾ, ਅਦਾਲਤ ਨੇ ਕਿਹਾ ਹੈ ਕਿ ਕੰਟੈਂਪਟ ਆਫ ਕੋਰਟ ਉਸ ਵਕਤ ਬਣਦਾ ਜਦੋਂ ਕਿ ਆਪਾਂ ਇਸ ਤਰੀਕੇ ਦੀਆਂ ਟਿੱਪਣੀਆਂ ਕਰਦੇ ਨੇ ਜਿਸ ਦੇ ਨਾਲ ਲੋਕਾਂ ਦਾ ਜਿਹੜਾ ਭਰੋਸਾ ਹੈ ਨਿਆਂਪਾਲਿਕਾ ਦੇ ਵਿੱਚ, ਜੁਡੀਸ਼ਰੀ ਦੇ ਵਿੱਚ, ਉਹ ਕਮਜ਼ੋਰ ਹੋਵੇ, ਘਟੇ।
ਸੋ ਇਹ ਜਿਹੜੀਆਂ ਟਿੱਪਣੀਆਂ ਬਲਵਿੰਦਰ ਸੇਖੋਂ ਨੇ ਕੀਤੀਆਂ ਇਹ ਉਸੇ ਕੈਟੇਗਰੀ ਵਿੱਚ ਆਉਂਦੀਆਂ ਸਨ। ਸੋ ਅੱਜ ਇਹ ਸਥਿਤੀ ਆਈ ਹੋਈ ਹੈ। ਹੁਣ ਵੇਖਦੇ ਹਾਂ 24 ਫਰਵਰੀ ਨੂੰ ਕੀ ਕੁਝ ਨਿਕਲ ਕੇ ਆਉਂਦਾ ਹੈ। ਜੀ ਦੇਸ਼ ਜੀ ਜਾਣ ਗ੍ਰਿਫਤਾਰੀ ਤੋਂ ਪਹਿਲਾਂ ਕਹਿ ਲਓ ਵੀ ਬਲਵਿੰਦਰ ਸੇਖੋਂ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਵੀ ਉਹਨਾਂ ਦੇ ਪਿੱਠ ਤੇ ਆ ਕੇ ਖੜੇ ਹੋਣ, ਵੀ ਇਹ ਮੁੱਦਾ ਇੱਕ ਵਾਰ ਫਿਰ ਤੋਂ ਡਰੱਗਸ ਵਾਲਾ ਚਰਚਾ ਵਿੱਚ ਆਇਆ ਹੈਗਾ, ਰਿਪੋਰਟਾਂ ਖਾਸ ਤੌਰ ਦੇ ਉੱਤੇ। ਤਾਂ ਤੁਹਾਨੂੰ ਲੱਗਦਾ ਵੀ ਇਸ ਸਾਰੇ ਵਿਸ਼ੇ ਨੂੰ ਹੁਣ ਜਿਸ ਤਰ੍ਹਾਂ ਦੀ ਲਾਈਮਲਾਈਟ ਮਿਲ ਰਹੀ ਹੈ ਬਲਵਿੰਦਰ ਸਿੰਘ ਸੇਖੋਂ ਕਰਕੇ, ਵੀ ਫਿਰ ਤੋਂ ਲੋਕ ਇਸ ਗੱਲ ਦੇ ਉੱਤੇ ਚਰਚਾ ਕਰਨਗੇ ਤੇ ਇੱਕ ਤਰ੍ਹਾਂ ਤੋਂ ਲੋਕਾਂ ਵੱਲੋਂ ਪ੍ਰੈਸ਼ਰ ਬਣੂਗਾ ਸਿਆਸਤਦਾਨਾਂ ਦੇ ਉੱਤੇ, ਪੁਲਿਸ ਦੇ ਉੱਤੇ ਜਾਂ ਜੁਡੀਸ਼ਰੀ ਦੇ ਉੱਤੇ ਕਹਿ ਲਓ, ਵੀ ਰਿਪੋਰਟਸ ਜਨਤਕ ਕੀਤੀਆਂ ਜਾਣ? ਦੇਖੋ ਜੀ, ਇਹ ਲੋਕਾਂ ਦਾ ਮਾਮਲਾ ਨਹੀਂ ਹੈ। ਇਹ ਮਾਮਲੇ ਨੂੰ ਮੈਨੂੰ ਲੱਗਦਾ ਕਾਨੂੰਨੀ ਤਰੀਕੇ ਦੇ ਨਾਲ ਹੀ ਹੈਂਡਲ ਹੋਣਾ। ਲੋਕਾਂ ਦੀ ਤੁਸੀਂ ਲਾਮਬੰਦੀ ਦੇਖ ਹੀ ਲਓਗੇ, ਤੁਹਾਡੇ ਸਾਹਮਣੇ ਆਈ ਜਾਣਾ ਲੋਕ ਕਿੰਨੇ ਕੁ ਅਜਿਹੇ ਵਿਸ਼ਿਆਂ ਦੇ ਉੱਤੇ ਜਦ ਤੱਕ ਅਜਿਹੀ ਆਰਗੇਨਾਈਜ਼ਡ ਪਾਰਟੀਆਂ ਜਥੇਬੰਦੀਆਂ ਨਹੀਂ ਮਿਲਦੀਆਂ, ਲੋਕ ਕਿਸ ਦੇ ਪਿੱਛੇ ਖੜੇ ਨਹੀਂ ਹੁੰਦੇ। ਫੇਸਬੁੱਕਾਂ ਯੂਟਿਊਬਾਂ ਦੇ ਉੱਤੇ ਕਮੈਂਟ ਕਰਨਾ, ਕਿਸੇ ਦੇ ਪ੍ਰਤੀ ਆਪਣੀ ਸੋਲੀਡੈਰਿਟੀ ਦਾ ਪ੍ਰਗਟਾਵਾ ਕਰਨਾ ਇੱਕ ਵੱਖਰਾ ਵਿਸ਼ਾ ਹੈ। ਸੋ ਇਸ ਤਰੀਕੇ ਦੀ ਆਪਾਂ ਨੂੰ ਸਪੋਰਟ ਮੰਨ ਕੇ ਇਸ ਮੁਗਾਲਤੇ ਦੇ ਵਿੱਚ ਜੀਏ ਕਿ ਸਾਡੇ ਪਿੱਛੇ ਪੂਰੀ ਦੁਨੀਆ ਇਕੱਠੀ ਹੋ ਗਈ, ਉਹ ਮੈਨੂੰ ਲੱਗਦਾ ਬਿਲਕੁਲ ਆਪਣੇ ਆਪ ਦੇ ਵਿੱਚ ਇੱਕ ਮਿਸਪਲੇਸਡ ਜਾਂ ਇੱਕ ਸੋਚ ਹੈਗੀ ਹੈ। ਉਹ ਉਸ ਤਰੀਕੇ ਦੇ ਨਾਲ ਨਹੀਂ ਗੱਲ ਹੋਣੀ ਚਾਹੀਦੀ। ਬਲਵਿੰਦਰ ਸਿੰਘ ਸੇਖੋਂ ਮੈਨੂੰ ਲੱਗਦਾ ਆਪਣੇ ਬੂਤੇ ਉੱਤੇ ਲੜ ਰਹੇ ਨੇ। ਮੈਂ ਪੰਜਾਬੀ ਮੰਚ ਉਹਨਾਂ ਨੇ ਬਣਾਇਆ, ਉਹਨਾਂ ਦੇ ਨਾਲ ਕੁਝ ਬੁੱਧੀਜੀਵੀ ਜੁਟੇ ਹੋਏ ਨੇ, ਉਹ ਲੋਕ ਉਹਨਾਂ ਦੀ ਸਪੋਰਟ ਕਰ ਰਹੇ ਹੈਗੇ ਨੇ। ਬੈਕਅਪ ਵੀ ਉਹਨਾਂ ਨੂੰ ਮਿਲ ਰਿਹਾ, ਸੂਚਨਾਵਾਂ ਵੀ ਮਿਲ ਰਹੀਆਂ ਨੇ, ਇਨਫੋਰਮੇਸ਼ਨ ਵੀ ਮਿਲ ਰਹੀ ਹੈ। ਸੋ ਅਜਿਹਾ ਨਹੀਂ ਹੈ ਕਿ ਉਹਨਾਂ ਦੇ ਨਾਲ ਲੋਕਾਂ ਦੀ ਘਾਟ ਹੈ, ਲੇਕਿਨ ਇੱਕ ਪਬਲਿਕ ਓਪੀਨੀਅਨ ਬਣਾਉਣਾ, ਉਸ ਦੇ ਵਿੱਚ ਉਹ ਇੱਕ ਨਿਰਣਾਇਕ ਲੜਾਈ ਦੇ ਵਿੱਚ ਪਹੁੰਚ ਚੁੱਕੇ ਨੇ, ਉਸ ਪੜਾਅ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਨੇ। ਇਹੀ ਕਾਰਨ ਹੈ ਕਿ ਅੱਜ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਪੂਰੇ ਦੇ ਪੂਰੇ ਕੌਜ਼ ਨੂੰ ਲੈ ਕੇ ਵੀ ਸਪੋਰਟ ਹੈ। ਉਹਨਾਂ ਦੀ ਗ੍ਰਿਫਤਾਰੀ ਦੇ ਵਿਰੁੱਧ ਇੱਕ ਮਾਹੌਲ ਜਿਹਾ ਵੀ ਬਣ ਚੁੱਕਾ ਹੈਗਾ ਦੇਸ਼ ਦੇ ਵਿੱਚ। ਜੋ ਹਾਲਾਤ ਚੱਲਦੇ ਪਏ ਹੈਗੇ ਨੇ, ਨਿਆਂਪਾਲਿਕਾ ਜਿਸ ਤਰੀਕੇ ਦੇ ਆਰਡਰਸ ਦੇ ਰਹੇ ਹੈਗੇ ਨੇ, ਤੇ ਉਹ ਟਿੱਪਣੀਆਂ ਲੋਕ ਕਰਦੇ ਹੈਗੇ ਨੇ। ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਅਦਾਲਤਾਂ ਦੇ ਵਿੱਚ ਵਾਕਈ ਇਨਸਾਫ ਨਹੀਂ ਮਿਲਦਾ, ਤੇ ਫੈਕਟ ਵੀ ਹੈ ਬਹੁਤ ਸੇ ਕੇਸਾਂ ਦੇ ਵਿੱਚ ਅਦਾਲਤਾਂ ਉਸ ਕਸਲਵੱਟੀ ਤੋਂ, ਉਸ ਕਸੌਟੀ ਤੋਂ ਥੋੜ੍ਹੀਆਂ ਹੇਠਾਂ ਨਹੀਂ ਰਹਿੰਦੀਆਂ। ਕਈ ਵਾਰ ਬਹੁਤ ਸੀ ਚੀਜ਼ਾਂ ਐਸੀਆਂ ਹੁੰਦੀਆਂ ਨੇ, ਲੋਕਾਂ ਦੇ ਮਨਾਂ ਦੇ ਵਿੱਚ ਗੁੱਸੇ ਜਿਹੇ ਹੁੰਦੇ ਨੇ ਜੋ ਕਿ ਉਹ ਖੁਦ ਨਹੀਂ ਬਿਆਨ ਕਰ ਸਕਦੇ, ਅਦਾਲਤਾਂ ਦੇ ਖਿਲਾਫ ਖੁਦ ਨਹੀਂ ਬੋਲ ਸਕਦੇ ਜਾਂ ਉਹਨਾਂ ਦੇ ਫੈਸਲਿਆਂ ਦੇ ਖਿਲਾਫ ਗੱਲ ਨਹੀਂ ਕਰ ਸਕਦੇ। ਲੇਕਿਨ ਜਦੋਂ ਬਲਵਿੰਦਰ ਸਿੰਘ ਸੇਖੋਂ ਵਰਗੇ ਕਿਰਦਾਰ ਆ ਜਾਂਦੇ ਨੇ ਸਾਹਮਣੇ ਪਿਕਚਰ ਦੇ ਵਿੱਚ, ਜੋ ਕਿ ਵਿਰਲੇ ਹੀ ਲੋਕ ਹੁੰਦੇ ਨੇ। ਇਹਨਾਂ ਨੇ ਪਹਿਲਾਂ ਇੱਕ ਮੈਨੂੰ ਯਾਦ ਹੈ ਆਪਣੇ ਆਪ ਨੂੰ ਟਾਈਟਲ ਦਿੱਤਾ ਸੀ ਅਥਰੇ। ਮੇਰੇ ਦੋਸਤ ਵੀ ਹੈਗੇ ਨੇ ਵੈਸੇ ਬਲਵਿੰਦਰ ਸਿੰਘ ਸੇਖੋਂ, ਬਹੁਤ ਵਾਰ ਉਹਨਾਂ ਨਾਲ ਮੁਲਾਕਾਤ ਦਾ ਮੌਕਾ ਮਿਲਿਆ। ਮੈਂ ਵੀ ਉਹਨਾਂ ਨੂੰ ਹਮੇਸ਼ਾ ਇਹੀ ਸਲਾਹ ਦਿੱਤੀ ਹੈ ਕਿ ਤੁਸੀਂ ਆਪਣੀ ਸ਼ਬਦਾਵਲੀ ਨੂੰ ਸੁਧਾਰੋ, ਤੁਸੀਂ ਵੱਡੇ ਕਾਜ਼ ਲਈ ਲੜ ਰਹੇ ਹੋ। ਇਸ ਤਰੀਕੇ ਦੀ ਜਿਹੜੀ ਮੈਂ ਕਹਿੰਦਾ ਵੀ ਗਲੀਆਂ ਸੜਕਾਂ ਵਾਲੀ ਭਾਸ਼ਾ ਹੈ, ਇਸ ਦੀ ਵਰਤੋਂ ਨਾ ਕਰੋ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਜਿਹੜੀ ਸ਼ਬਦਾਂ ਜਾਂ ਆਪਣੀ ਜ਼ੁਬਾਨ ਦੇ ਉੱਤੇ ਸਹੀ ਤਰੀਕੇ ਦਾ ਸੰਯਮ ਨਾ ਰੱਖ ਪਾਉਣਾ ਇੱਕ ਬੜਾ ਵੱਡਾ ਕਾਰਨ ਹੈ, ਜਿਸ ਕਾਰਨ ਕਿ ਅਦਾਲਤ ਦੀ ਕੜੀਕੀ ਦੇ ਵਿੱਚ ਉਹ ਆਏ ਹੈਗੇ ਨੇ। ਕਿਉਂਕਿ ਇਹ ਮਾਮਲਾ ਸਿਰਫ ਇੱਕ ਬੈਂਚ ਦਾ ਨਹੀਂ ਹੈ। ਇਸ ਕੇਸ ਦੇ ਵਿੱਚ ਪੂਰੀ ਦੀ ਪੂਰੀ ਨਿਆਂਪਾਲਿਕਾ ਦੇ ਵਿੱਚ ਇੱਕ ਚਰਚਾਵਾਂ ਪਿਛਲੇ ਕਈ ਮਹੀਨਿਆਂ ਤੋਂ ਚੱਲਦੀਆਂ ਪਈਆਂ ਨੇ। ਇਹਨਾਂ ਦੇ ਸਮਾਗਮ ਪਿਛਲੇ ਕਈ ਮਹੀਨਿਆਂ ਤੋਂ ਹੋ ਰਹੇ ਹੈਗੇ ਨੇ। ਸੋ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈ ਉਸਨੂੰ ਅਦਾਲਤਾਂ ਵੀ ਮੋਨੀਟਰ ਕਰ ਰਹੀਆਂ ਨੇ, ਉਤਲੇ ਜੱਜਸ ਵੀ ਮੋਨੀਟਰ ਕਰ ਰਹੇ ਨੇ। ਇੱਕ ਦੂਸਰੇ ਦੇ ਕੇਸਾਂ ਦੇ ਮੁਤਲਕ ਗੱਲ ਕਿਸੇ ਵੀ ਕੋਰਟ ਦੀ ਹੋਵੇ, ਲੇਕਿਨ ਜੱਜਾਂ ਦੀ ਨਜ਼ਰਾਂ ਇਹਨਾਂ ਕੇਸਾਂ ਦੇ ਉੱਤੇ ਜਦੋਂ ਇਸ ਤਰੀਕੇ ਦੇ ਸੰਗੀਨ ਇਲਜ਼ਾਮ ਲੱਗ ਰਹੇ ਹੋਣ ਤਾਂ ਹਰ ਕੇਸ ਦੇ ਉੱਤੇ ਜੱਜਾਂ ਦੀ ਨਜ਼ਰਾਂ ਹੁੰਦੀਆਂ ਨੇ ਤੇ ਪੂਰੀ ਜੁਡੀਸ਼ਰੀ ਉਸ ਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਸਿਰਫ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੀ ਨਹੀਂ ਬਲਕਿ ਸੁਪਰੀਮ ਕੋਰਟ ਤੱਕ ਇਸ ਪੂਰੇ ਦੇ ਪੂਰੇ ਮਾਮਲੇ ਦੇ ਨਾਲ ਜਾਣੂ ਹੋਏਗਾ ਤੇ ਇਸ ਮਾਮਲੇ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਉਸ ਦੇ ਉੱਤੇ ਸਭ ਦੀ ਨਜ਼ਰ ਹੈ ਇਸ ਵਕਤ। ਸੋ ਅਦਾਲਤਾਂ ਲਈ ਵੀ ਆਪਣੇ ਆਪ ਖੁਦ ਨੂੰ ਵੇਖਣ ਦੀ ਲੋੜ ਹੈ, ਸ਼ੀਸ਼ਾ ਵੇਖਣ ਦੀ ਲੋੜ ਕਹਿ ਲਈਏ ਜਾਂ ਕਹਿ ਲਈਏ ਕਿ ਸਮਝਣ ਦੀ ਲੋੜ ਹੈ ਕਿ ਜੇ ਇੰਨੇ ਸਮੇਂ ਤੱਕ ਤੁਸੀਂ ਰਿਪੋਰਟਾਂ ਜਾਰੀ ਨਹੀਂ ਕਰੋ, ਗੱਲ ਕੀ ਹੈ, ਇੱਕ ਰਿਪੋਰਟ ਹੀ ਜਾਰੀ ਕਰਨੀ ਹੈ ਨਾ। ਰਿਪੋਰਟ ਦੇ ਵਿੱਚ ਅਜਿਹਾ ਕੀ ਜ਼ਿਕਰ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਅਦਾਲਤ ਉਸ ਨੂੰ ਉਹ ਦਬਾ ਕੇ ਰੱਖਣਾ ਚਾਹੁੰਦੀ ਹੈ। ਤੇ ਅਜਿਹੇ ਬਹੁਤ ਸੇ ਮਸਲੇ ਨੇ ਜਿਨ੍ਹਾਂ ਨੂੰ ਕਦੇ ਵੀ ਮੋਬਿਲਾਈਜ਼ ਨਹੀਂ ਕੀਤਾ ਜਾ ਪਾਇਆ। ਬਹੁਤ ਸੇ ਹੋਰ ਕੇਸਿਸ ਨੇ ਅਦਾਲਤਾਂ ਦੇ ਵਿੱਚ, ਹੋਰ ਵੀ ਬਹੁਤ ਸੇ ਕੇਸ ਰੁਕੇ ਹੋਏ ਨੇ। ਬਲਵਿੰਦਰ ਸਿੰਘ ਸੇਖੋਂ ਸਾਹਿਬ ਇਸ ਕੇਸ ਦੇ ਵਿੱਚ ਆਏ ਹੈਗੇ ਨੇ, ਚੰਗੀ ਗੱਲ ਹੈ। ਸੋ ਲੋਕਾਂ ਦੀ ਆਸ ਇਹੀ ਹੈ, ਅਦਾਲਤਾਂ ਤੋਂ ਐਕਸਪੈਕਟੇਸ਼ਨ ਹੈ ਕਿ ਉਹ ਆਪਣਾ ਕੰਮ ਕਰਨ ਤੇ ਆ ਜਿਹੜਾ ਵਿੱਚ ਖਾਮਖਾਹ ਦਾ ਇੱਕ ਇਸ਼ੂ ਬਣ ਜਾਂਦਾ ਹੈ ਕਿਉਂਕਿ ਬਲਵਿੰਦਰ ਸਿੰਘ ਸੇਖੋਂ ਨੇ ਜਿਹੜੀ ਪਿਛਲੀ ਤਾਰੀਖ ਦੌਰਾਨ ਇਸ ਚੀਜ਼ ਨੂੰ ਲੈ ਕੇ ਆਪਣੀ ਜਿਹੜੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਕਿ ਅਗਲੀ ਤਾਰੀਖ ਕਿਉਂ ਪਾਈ ਗਈ ਹੈ। ਹਾਲਾਂਕਿ ਉਸ ਦਿਨ ਅਦਾਲਤ ਦੇ ਵਿੱਚ ਇੱਕ ਵਕੀਲ ਜਿਹੜੇ ਸੀ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੀ ਡੈਥ ਹੋਣ ਕਾਰਨ ਸ਼ਾਇਦ ਅਦਾਲਤ ਦਾ ਕੰਮ ਸਸਪੈਂਡ ਹੋਇਆ ਜਾਂ ਰੁਕਿਆ, ਲੇਕਿਨ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਜਾਣਬੁੱਝ ਕੇ ਡੇਟ ਅੱਗੇ ਪਾਈ ਗਈ ਹੈ। ਸੋ ਹੁਣ ਮਾਰਚ ਇਸ ਕੇਸ ਦੇ ਵਿੱਚ ਤਾਰੀਖ ਹੈ, ਲੇਕਿਨ ਉਸ ਤੋਂ ਪਹਿਲਾਂ 24 ਫਰਵਰੀ ਨੂੰ ਅਦਾਲਤ ਦੇ ਵਿੱਚ ਬਹੁਤ ਕੁਝ ਹੋਏਗਾ। ਸੋ ਵਨ ਹੈਜ਼ ਟੂ ਸੀ ਕੀ ਹੋਣਾ ਹੈ। ਲੈ ਦੇ ਕੇ ਬਲਵਿੰਦਰ ਸਿੰਘ ਸੇਖੋਂ ਦਾ ਕੌਜ਼ ਬਹੁਤ ਸਹੀ ਹੈ, ਜਿਸ ਕੰਮ ਲਈ ਉਹ ਲੜ ਰਹੇ ਨੇ ਉਹ ਪੰਜਾਬ ਦੇ ਹੱਕ ਦਾ, ਪੰਜਾਬ ਦੇ ਪੱਖ ਦਾ ਕੌਜ਼ ਹੈ। ਹਾਲਾਂਕਿ ਉਹ ਰਿਪੋਰਟ ਵੀ ਆਪਣੇ ਆਪ ਦੇ ਵਿੱਚ ਕਿੰਨੀ ਕਨਕਲੂਸਿਵ ਹੈ। ਰਿਪੋਰਟਾਂ ਤੇ ਖੁੱਲ ਜਾਂਦੇ ਨੇ, ਮੈਂ ਕਿਹਾ ਇੱਥੇ ਰਿਪੋਰਟਾਂ ਖੁੱਲ ਕੇ ਵਿਕਰਮ ਸਿੰਘ ਮਜੀਠੀਏ ਜਾਂ ਬਹੁਤ ਸੇ ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਬੇਲਾਂ ਉੱਤੇ ਉਹ ਲੋਕ ਅੱਜ ਬਾਹਰ ਬੈਠੇ ਨੇ। ਸੋ ਜੇ ਰਿਪੋਰਟਾਂ ਖੁੱਲ ਵੀ ਜਾਂਦੀਆਂ ਨੇ ਤਾਂ ਵੀ ਕਿੰਨਾ ਕੁ ਇਨਸਾਫ ਹੁੰਦਾ ਇਹ ਤਾਂ ਸਾਨੂੰ ਚੰਗੀ ਤਰ੍ਹਾਂ ਪਤਾ ਹੈ। ਲੇਕਿਨ ਜਿਹੜੀਆਂ ਚੀਜ਼ਾਂ ਹੋਣੀਆਂ ਬਣਦੀਆਂ ਨੇ ਉਹ ਹੋਣੀਆਂ ਬਣਦੀਆਂ ਨੇ। ਜਦ ਤੱਕ ਇਹ ਸਵਾਲ ਖੜੇ ਰਹਿਣਗੇ, ਰਿਪੋਰਟਾਂ ਨੂੰ ਦਬਾ ਕੇ ਰੱਖਿਆ ਜਾ ਰਿਹਾ, ਤਦ ਤੱਕ ਮੈਨੂੰ ਲੱਗਦਾ ਕਿ ਅਦਾਲਤਾਂ ਵੀ ਆਪਣੇ ਆਪ ਦੇ ਵਿੱਚ ਇੰਟਰੋਸਪੈਕਟ ਜ਼ਰੂਰ ਕਰਨ, ਝਾਤ ਜ਼ਰੂਰ ਮਾਰਨ ਖੁਦ ਦੇ
ਵਤੀਰੇ ਨੂੰ ਲੈ ਕੇ ਇਹ ਹਾਲਾਤ, ਇਹ ਨੌਬਤ ਕਿਉਂ ਆਈ ਕਿ ਬਲਵਿੰਦਰ ਸਿੰਘ ਸੇਖੋਂ ਨੂੰ ਇਸ ਤਰੀਕੇ ਦੇ ਨਾਲ ਅੱਗੇ ਆਉਣਾ ਪਿਆ ਪਹਿਲਾਂ, ਤੇ ਫਿਰ ਜੋ ਅੱਗੇ ਆ ਵੀ ਗਏ ਤਾਂ ਫਿਰ ਜੋ ਗਲਤ ਬੋਲ ਰਹੇ ਨੇ ਜਾਂ ਉਹਨਾਂ ਨੂੰ ਸਖਤ ਸ਼ਬਦਾਂ ਦਾ ਪ੍ਰਯੋਗ ਕਰਨਾ ਪਿਆ, ਇਹ ਨੌਬਤ ਕਿਸੇ ਦੇ ਨਾਲ ਵੀ ਆ ਸਕਦੀ ਹੈ, ਕੋਈ ਵੀ ਬਲਵਿੰਦਰ ਸੇਖੋਂ ਬਣ ਸਕਦਾ ਹੈ। ਸੋ the courts have to, the judiciary has to introspect as well. ਜੀ, ਤਾਂ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਰੇ ਮੁੱਦੇ ਤੇ ਚਾਨਣ ਪਾਉਣ ਵਾਸਤੇ, ਐਡਰੈਸ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।